हाँ जी, सत श्री अकाल दोस्तों। पंजाब जॉब अलर्ट ਵਿੱਚ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ। ਅੱਜ ਦੀ ਅਪਡੇਟ ਈਟੀਟੀ 1994 ਭਰਤੀ ਦੇ ਪੰਜਾਬੀ ਪੇਪਰ ਦੇ ਸਬੰਧ ਵਿੱਚ ਬਹੁਤ ਸਾਰੇ ਕੈਂਡੀਡੇਟ ਕਹਿ ਰਹੇ ਸੀ ਕਿ 4 ਨੰਬਰ ਗ੍ਰੇਸ ਦਾ ਕੀ ਬਣੇਗਾ ਅਗਰ ਖਤਮ ਹੁੰਦੀ ਹੈ ਤਾਂ ਇਸ ਦੇ ਨਾਲ ਕਿੰਨਾ ਬੈਨੀਫਿਟ ਹੈ ਜੋ ਕੈਂਡੀਡੇਟਸ ਨੂੰ ਮਿਲਣ ਵਾਲਾ ਹੈ। ਤਾਂ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਤਾਂ ਦੋਸਤੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ 4 ਨੰਬਰ ਦੀ ਜੋ ਗ੍ਰੇਸ ਹੈ ਅਗਰ ਖਤਮ ਹੁੰਦੀ ਹੈ ਤਾਂ ਕਿੰਨੇ ਕੈਂਡੀਡੇਟ ਹੈ ਜੋ ਇਸ ਭਰਤੀ ਦੇ ਵਿੱਚੋਂ ਬਾਹਰ ਹੋਣਗੇ। ਇਸ ਤੋਂ ਇਲਾਵਾ ਕਿ ਜਿਹੜੇ ਕੈਂਡੀਡੇਟ ਇਸ ਭਰਤੀ ਦੇ ਉੱਪਰ ਕੇਸ ਫਾਈਲ ਕਰਨ ਜਾ ਰਿਹਾ ਈਟੀਟੀ 1994 ਪੰਜਾਬੀ ਪੇਪਰ ਦੇ ਸਬੰਧ ਵਿੱਚ ਗ੍ਰੇਸ ਦੇ ਸਬੰਧ ਵਿੱਚ, ਤਾਂ ਉਹਨਾਂ ਨੂੰ ਸੱਚ ਵਿੱਚ ਇਸ ਦਾ ਬੈਨੀਫਿਟ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ। ਤਾਂ ਮਿਲੇਗਾ ਤਾਂ ਕਿੰਨਾ ਬੈਨੀਫਿਟ ਮਿਲਣ ਵਾਲਾ ਹੈਗਾ। ਤਾਂ ਇਸ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੈਰਿਟ ਲਿਸਟ ਵਾਲੇ ਰਿਜ਼ਲਟ ਦੇ ਉੱਪਰ, ਜਿਸ ਦੇ ਵਿੱਚ ਉਹ ਕੈਂਡੀਡੇਟ ਦਾ ਰਿਜ਼ਲਟ ਜਾਰੀ ਕੀਤਾ ਗਿਆ ਜਿਹੜੇ ਪੰਜਾਬੀ ਪੇਪਰ ਨੂੰ ਕੁਆਲੀਫਾਈ ਕਰਕੇ ਰਿਜ਼ਲਟ ਜਿਨ੍ਹਾਂ ਦਾ ਅਨਾਉਂਸ ਕੀਤਾ ਗਿਆ। ਤਾਂ ਉਸ ਦੇ ਅਕੋਰਡਿੰਗ ਕਿੰਨੇ ਕੈਂਡੀਡੇਟ ਆ ਜੋ ਇਸ ਭਰਤੀ ਦੇ ਵਿੱਚੋਂ ਬਾਹਰ ਹੋ ਸਕਦੇ ਆ। ਤਾਂ ਦੋਸਤੋ ਇਹ ਉਹ ਵਾਲੀ ਲਿਸਟ ਹੈ ਜਿਸ ਦੇ ਵਿੱਚ ਜਿਹੜੇ ਕੈਂਡੀਡੇਟ ਪੰਜਾਬੀ ਪੇਪਰ ਨੂੰ ਕੁਆਲੀਫਾਈ ਕਰ ਚੁੱਕੇ ਆ। ਔਰ ਟੋਟਲ ਆਪਾਂ ਲਿਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟੋਟਲ ਜੋ ਇੱਥੇ ਕੈਂਡੀਡੇਟ ਆ 14,360 ਕੈਂਡੀਡੇਟ ਆ ਜਿਨ੍ਹਾਂ ਨੇ ਪੰਜਾਬੀ ਪੇਪਰ ਨੂੰ ਕੁਆਲੀਫਾਈ ਕਰਕੇ ਆਪਣੀ ਮੈਰਿਟ ਦੇ ਵਿੱਚ ਨਾਮ ਲੈ ਕੇ ਆਇਆ। ਔਰ ਹੁਣ ਦੋਸਤੋ ਇਸ ਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਕੈਂਡੀਡੇਟ ਵਿੱਚੋਂ ਕਿੰਨੇ ਕੈਂਡੀਡੇਟ ਜੋ ਬਾਹਰ ਹੋ ਸਕਦੇ ਆ ਅਗਰ 4 ਨੰਬਰ ਦੀ ਗ੍ਰੇਸ ਖਤਮ ਹੁੰਦੀ ਹੈ ਤਾਂ ਇਸ ਦੇ ਅਕੋਰਡਿੰਗ ਦੋਸਤੋ ਆਪਾਂ ਇੱਕ ਵਾਰ ਐਨਾਲਿਸ ਕਰਨ ਦੀ ਅਗਰ ਕੋਸ਼ਿਸ਼ ਕਰੀਏ ਤਾਂ ਤੁਸੀਂ ਖੁਦ ਵੀ ਇਸ ਲਿਸਟ ਦੇ ਅਕੋਰਡਿੰਗ ਐਨਾਲਿਸ ਕਰ ਸਕਦੇ ਹੋ। ਕਿਉਂਕਿ ਅਗਰ 4 ਨੰਬਰ ਦੀ ਗ੍ਰੇਸ ਖਤਮ ਹੁੰਦੀ ਹੈ ਤਾਂ ਉਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਦੇ 53 ਨੰਬਰ ਹੈ ਅਗਰ 4 ਨੰਬਰ ਘਟਦੇ ਆ ਤਾਂ ਉਸ ਦੇ 49 ਨੰਬਰ ਬਣਨਗੇ, ਯਾਨੀ ਕਿ ਉਹ ਪੇਪਰ ਵਿੱਚੋਂ ਕੁਆਲੀਫਾਈ ਨਹੀਂ ਗਿਣਿਆ ਜਾਏਗਾ। ਜਾਂ ਫਿਰ ਜਿਨ੍ਹਾਂ ਦੇ 53 ਨੰਬਰ ਤੋਂ ਘੱਟ ਨੰਬਰ ਹੈ 52 ਆ ਜਾਂ ਫਿਰ 50 ਆ ਤਾਂ ਇਹ 4 ਨੰਬਰ ਤੱਕ ਜੇ ਗ੍ਰੇਸ ਖਤਮ ਹੁੰਦੀ ਹੈ ਤਾਂ ਇਹ ਕੈਂਡੀਡੇਟ ਸਾਰੇ ਹੀ ਸਾਰੇ ਪੇਪਰ ਦੇ ਵਿੱਚੋਂ ਕੁਆਲੀਫਾਈ ਨਹੀਂ ਕਰ ਪਾਉਣਗੇ ਔਰ ਜੋ ਇਹ ਕੰਪੀਟੀਸ਼ਨ ਦੇ ਵਿੱਚੋਂ ਬਾਹਰ ਹੋ ਜਾਣਗੇ। ਕਿਉਂਕਿ ਟੋਟਲ 14,000 ਕੈਂਡੀਡੇਟ ਆ 14,660 ਤਾਂ 14,660 ਦੇ ਵਿੱਚੋਂ ਅਗਰ ਮੰਨ ਕੇ ਚੱਲੀਏ ਅਗਰ 2,000 ਕੈਂਡੀਡੇਟ ਵੀ ਬਾਹਰ ਜਾਂਦਾ ਆ ਤਾਂ ਤਕਰੀਬਨ ਟੋਟਲ 12,000 ਕੈਂਡੀਡੇਟ ਬਚਣਗੇ। ਪਰ ਜ਼ਰੂਰੀ ਨਹੀਂ ਹੈ ਕਿ ਅਗਰ ਇਹ 2,000 ਕੈਂਡੀਡੇਟ ਪੇਪਰ ਦੇ ਵਿੱਚੋਂ ਬਾਹਰ ਜਾਂਦਾ ਆ ਤਾਂ ਜੋ ਅੱਗੇ ਮੈਰਿਟ ਲਿਸਟ ਹੈ ਉਸ ਦੇ ਵਿੱਚ ਜੋ ਨੰਬਰ ਹੈ ਉਹ ਦੂਸਰਿਆਂ ਨੂੰ ਮੌਕਾ ਮਿਲੇਗਾ। ਕਿਉਂਕਿ ਅਜਿਹੇ ਬਹੁਤ ਸਾਰੇ ਕੈਂਡੀਡੇਟ ਆ ਜਿਨ੍ਹਾਂ ਦਾ ਪੇਪਰ ਪੰਜਾਬੀ ਦੇ ਵਿੱਚੋਂ ਘੱਟ ਨੰਬਰ ਹੈ ਤਾਂ ਸੇਮ ਉਹਨਾਂ ਦਾ ਦੂਸਰੇ ਪੇਪਰ ਵਿੱਚੋਂ ਵੀ ਨੰਬਰ ਘੱਟ ਹੈ। ਔਰ ਕੁਝ ਕੁ ਪਰਸੈਂਟੇਜ ਅਜਿਹੇ ਕੈਂਡੀਡੇਟ ਹੋਣਗੇ ਜਿਨ੍ਹਾਂ ਦਾ ਅਗਰ ਇੱਥੇ ਦੇਖਿਆ ਜਾਏ ਪੰਜਾਬੀ ਵਿੱਚੋਂ ਉਹ ਮਸਾਂ 50, 51 ਜਾਂ ਫਿਰ 52 ਨੰਬਰ ਆ, ਪਰ ਦੂਸਰੀ ਸਾਈਡ ਉਹਨਾਂ ਦੇ 120 ਜਾਂ ਫਿਰ ਇਸ ਤੋਂ ਵੀ ਜ਼ਿਆਦਾ ਨੰਬਰ ਹੈ। ਤਾਂ ਆਪਾਂ ਇੱਕ ਵਾਰ ਟੋਟਲ ਲਿਸਟ ਨੂੰ ਅਗਰ ਕਾਊਂਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇੱਕ ਐਵਰੇਜ ਜੋ ਨਿਕਲਦੀ ਹੈ ਲਗਭਗ 2,000 ਦੀ ਐਵਰੇਜ ਨਿਕਲਦੀ ਹੈ ਉਹਨਾਂ ਕੈਂਡੀਡੇਟ ਦੀ ਜਿਹੜੇ ਕੈਂਡੀਡੇਟ 50 ਤੋਂ ਲੈ ਕੇ 53 ਨੰਬਰ ਤੱਕ ਜਿਨ੍ਹਾਂ ਦੇ ਨੰਬਰ ਹੈ। ਔਰ ਉਹਨਾਂ ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਟੋਟਲ ਕਾਊਂਟ ਦੀ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਦੇ ਸਾਰੇ ਕੈਂਡੀਡੇਟ ਹੀ ਜਿਨ੍ਹਾਂ ਨੇ ਜੋ ਗ੍ਰੇਸ ਮਾਰਕ ਨਾਲ ਹੀ ਪਾਸ ਹੋਇਆ। ਕਿਉਂਕਿ ਬਹੁਤ ਸਾਰੇ ਕੈਂਡੀਡੇਟ ਅਜਿਹੇ ਵੀ ਹੋਣਗੇ ਜਿਹੜੇ ਕੈਂਡੀਡੇਟ ਨੇ ਆਨਸਰ ਸਹੀ ਲਾਇਆ ਚਾਹੇ ਗ੍ਰੇਸ ਖਤਮ ਹੀ ਹੋਵੇ ਤਾਂ ਉਹਨਾਂ ਨੂੰ ਗ੍ਰੇਸ ਦੇ ਨਾਲ ਕੋਈ ਵੀ ਜੋ ਫਰਕ ਨਹੀਂ ਪੈਣ ਵਾਲਾ ਗਾ। ਤਾਂ ਇਸ ਕਰਕੇ ਜਿਹੜੇ ਕੈਂਡੀਡੇਟ ਇਹ ਸੋਚ ਕੇ ਕੇਸ ਕਰਨ ਦੀ ਸੋਚ ਰਿਹਾ ਕਿ ਅਸੀਂ ਕੇਸ ਕਰ ਰਹੇ ਹਾਂ ਤਾਂ ਸਾਨੂੰ ਇਸ ਦਾ ਪੂਰਾ ਬੈਨੀਫਿਟ ਮਿਲੇਗਾ, ਤਾਂ ਕਈ ਵਾਰ ਕੇਸ ਦਾ ਆਪਾਂ ਨੂੰ ਨੁਕਸਾਨ ਹੀ ਹੁੰਦਾ ਆ। ਮਤਲਬ ਕਿ ਕਈ ਵਾਰ ਆਪਣੇ ਕੋਲੋਂ ਪੈਸਾ ਵੀ ਲੱਗ ਜਾਂਦਾ ਪਰ ਉਸ ਦਾ ਆਪਾਂ ਨੂੰ ਬੈਨੀਫਿਟ ਕੁਝ ਵੀ ਨਹੀਂ ਮਿਲਦਾ ਗਾ। ਤਾਂ ਇਸ ਤਰ੍ਹਾਂ ਆਪਾਂ ਇੱਥੇ ਲਿਸਟਾਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਸਾਹਮਣੇ ਜੋ ਲਿਸਟ ਹੈ ਇਸ ਦੇ ਵਿੱਚ ਅਗਰ ਆਪਾਂ ਕਾਊਂਟ ਕਰੀਏ 50 ਤੋਂ ਲੈ ਕੇ 53 ਨੰਬਰ ਦੀ ਤਾਂ ਸਭ ਤੋਂ ਪਹਿਲਾਂ ਇੱਥੇ ਆਪਾਂ ਦੇਖ ਸਕਦੇ ਹਾਂ 1, 2, 3 ਔਰ ਇਸੇ ਤਰ੍ਹਾਂ ਆਪਾਂ ਨੀਚੇ ਥੋੜ੍ਹਾ ਸਕਰੋਲ ਕਰੀਏ ਤਾਂ ਨੀਚੇ ਵੀ ਕੁਝ 2-4 ਕੈਂਡੀਡੇਟ ਹੋਣਗੇ। ਯਾਨੀ ਕਿ ਇੱਕ ਸ਼ੀਟ ਵਿੱਚ ਜ਼ਰੂਰੀ ਨਹੀਂ ਹੈ ਕਿ 5 ਹੀ ਕੈਂਡੀਡੇਟ ਹੋਣ। ਕਈਆਂ ਲਿਸਟਾਂ ਦੇ ਵਿੱਚ 1 ਕੈਂਡੀਡੇਟ ਆ, ਕਈਆਂ 'ਚ 2 ਆ, ਕਈਆਂ 'ਚ 10 ਵੀ ਆ। ਤਾਂ ਇਸ ਕਰਕੇ ਜੋ ਐਵਰੇਜ ਹੈ ਇਹਨਾਂ ਦੀ ਐਵਰੇਜ ਲਗਭਗ 2,000 ਦੇ ਨੀਅਰ ਅਬਾਊਟ ਬਣ ਰਹੀ ਹੈ। ਪਰ
ਅਗਰ ਆਪਾਂ ਇਹਨਾਂ ਦੇ ਵਿੱਚੋਂ ਅਜਿਹੇ ਕੈਂਡੀਡੇਟ ਦੇਖੀਏ ਜਿਨ੍ਹਾਂ ਦੇ ਨੰਬਰ ਪੰਜਾਬੀ ਵਿੱਚੋਂ ਚਾਹੇ 50, 51, 52, 53 ਦੇ ਵਿੱਚ ਆ, ਪਰ ਦੂਸਰੀ ਸਾਈਡ ਉਹਨਾਂ ਦੇ ਨੰਬਰ ਜ਼ਿਆਦਾ ਆ, ਤਾਂ ਇਸ ਤਰ੍ਹਾਂ ਦੇ ਆਪਾਂ ਨੂੰ ਬਹੁਤ ਘੱਟ ਕੈਂਡੀਡੇਟ ਮਿਲਣਗੇ। ਜਿਵੇਂ ਕਿ ਆਪਾਂ ਇੱਥੇ ਇੱਕ ਕੈਂਡੀਡੇਟ ਦੇਖਿਆ, ਅਗਰ ਇਹ ਕੈਂਡੀਡੇਟ ਬਾਹਰ ਜਾਂਦਾ ਆ ਜਾਂ ਫਿਰ ਇਹ ਕੈਂਡੀਡੇਟ ਬਾਹਰ ਨਾ ਵੀ ਜਾਏ ਤਾਂ ਇਸ ਦਾ ਕੋਈ ਵੀ ਵਾਧਾ ਜਾਂ ਘਾਟਾ ਨਹੀਂ ਹੋਣਾਗਾ, ਕਿਉਂਕਿ ਇਹਦੇ ਪੇਪਰ B ਵਿੱਚੋਂ ਵੀ 88 ਨੰਬਰ ਆ। ਤਾਂ ਇਸੇ ਤਰ੍ਹਾਂ ਆਪਾਂ ਬਾਕੀ ਹੋਰ ਕੈਂਡੀਡੇਟ ਦੇਖੀਏ ਤਾਂ ਇੱਥੇ ਇੱਕ ਕੈਂਡੀਡੇਟ ਆ ਜਿਨ੍ਹਾਂ ਦੇ ਨੰਬਰ 51 ਆ ਪੰਜਾਬੀ ਵਿੱਚੋਂ। ਅਗਰ ਇਹ ਕੁਆਲੀਫਾਈ ਨਾ ਹੁੰਦਾਗਾ ਤਾਂ ਇਹਨਾਂ ਦੇ ਜੋ ਨੰਬਰ ਹੈ 100 ਆ, ਤੇ ਇਸ ਦਾ ਵੀ ਇਹਨੂੰ ਕੋਈ ਬੈਨੀਫਿਟ ਨਹੀਂ ਮਿਲਣਾਗਾ, ਕਿਉਂਕਿ ਬਹੁਤ ਸਾਰੇ ਕੈਂਡੀਡੇਟ ਅਜਿਹੇ ਆ। ਇਸੇ ਤਰ੍ਹਾਂ ਇੱਥੇ ਕੈਂਡੀਡੇਟ ਹੈ ਰਿੱਕੀ ਕੁਮਾਰ ਜਿਨ੍ਹਾਂ ਦੇ 53 ਨੰਬਰ ਪੰਜਾਬੀ ਵਿੱਚੋਂ ਆ ਔਰ ਇੱਥੇ 120 ਆ, ਯਾਨੀ ਕਿ ਇਹ ਕੈਂਡੀਡੇਟ ਅਗਰ ਗ੍ਰੇਸ ਦੇ ਨਾਲ ਪਾਸ ਹੋਇਆ ਹੋਵੇ ਤੁਹਾਡੇ ਅਕੋਰਡਿੰਗ, ਤਾਂ ਜ਼ਰੂਰੀ ਨਹੀਂ ਹੈ ਕਿ ਇਹਨੇ ਚਾਰੇ ਆਨਸਰ ਜੋ ਗਲਤ ਕੀਤੇ ਹੋਣਗੇ, ਹੋ ਸਕਦਾ ਇਹਨੇ ਇੱਕ ਆਨਸਰ ਜਾਂ ਦੋ ਆਨਸਰ ਸਹੀ ਵੀ ਕੀਤੇ ਹੋਣ। ਤਾਂ ਇਸ ਕਰਕੇ ਇਸ ਕੈਂਡੀਡੇਟ ਨੂੰ ਵੀ ਗ੍ਰੇਸ ਖਤਮ ਹੋਣ ਦੇ ਨਾਲ ਬਹੁਤਾ ਫਰਕ ਨਹੀਂ ਪੈਣ ਵਾਲਾ ਗਾ। ਇਸੇ ਤਰ੍ਹਾਂ ਹੋਰ ਵੀ ਇੱਥੇ ਕਾਫੀ ਕੈਂਡੀਡੇਟ ਹੋਣਗੇ ਜਿਹੜੇ ਤੁਸੀਂ ਲਿਸਟ ਦੇ ਵਿੱਚ ਖੁਦ ਵੀ ਦੇਖ ਸਕਦੇ ਹੋ। ਜਿਵੇਂ ਕਿ ਇਹ ਕੈਂਡੀਡੇਟ ਆ ਜਿਨ੍ਹਾਂ ਦੇ 51 ਨੰਬਰ ਹੈ ਪੰਜਾਬੀ ਵਿੱਚੋਂ ਅਤੇ ਦੂਸਰੀ ਸਾਈਡ 96 ਨੰਬਰ ਹੈ, ਯਾਨੀ ਕਿ ਇਹਨਾਂ ਦਾ ਪਹਿਲਾਂ ਵੀ ਮੈਰਿਟ ਦੇ ਵਿੱਚ ਨਾਮ ਨਹੀਂ ਆਇਆਗਾ ਔਰ ਅਗਰ ਗ੍ਰੇਸ ਖਤਮ ਹੁੰਦੀ ਵੀ ਹੈ ਤਾਂ ਇਸ ਨੂੰ ਕੋਈ ਬੈਨੀਫਿਟ ਜਾਂ ਫਿਰ ਕੋਈ ਲਾਸ ਨਹੀਂ ਹੋਵੇਗਾ। ਇਸ ਕਰਕੇ ਜਿਹੜੇ ਵੀ ਕੈਂਡੀਡੇਟ ਇਹ ਸੋਚ ਰਿਹਾ ਕਿ ਕੇਸ ਫਾਈਲ ਕਰਨ ਦੇ ਨਾਲ ਸਾਡਾ ਪੂਰਾ ਹੱਲ ਹੋਵੇਗਾ, ਤਾਂ ਉੱਥੇ ਹੱਲ ਹੋਣ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਗਾ, ਔਰ ਹੋ ਸਕਦਾ ਕਿ ਉਸ ਦੇ ਨਾਲ 2-4 ਨੰਬਰਾਂ ਦਾ ਜੋ ਫਰਕ ਪੈਣਾਗਾ ਉਹ ਸਿਰਫ ਔਰ ਸਿਰਫ ਕੋਈ 20-25 ਕੈਂਡੀਡੇਟ ਨੂੰ ਪਵੇ। ਜ਼ਰੂਰੀ ਤਾਂ ਨਹੀਂ ਹੈ ਕਿ ਉਹ 1800 ਜਾਂ 2000 ਜਿੰਨੇ ਵੀ ਕੈਂਡੀਡੇਟ ਆ ਉਹ ਸਾਰਿਆਂ ਦੇ ਫਰਕ ਪਏਗਾ, ਕਿਉਂਕਿ ਬਹੁਤ ਸਾਰੇ ਕੈਂਡੀਡੇਟ ਜਿਨ੍ਹਾਂ ਨੇ ਪੇਪਰ ਪੜ੍ਹ ਕੇ ਦਿੱਤਾ ਗਾ ਤਾਂ ਉਹਨਾਂ ਨੇ ਦੂਸਰੇ ਨੰਬਰ ਵੀ ਵੱਧ ਆ, ਤਾਂ ਉਹਨਾਂ ਦੇ ਪੰਜਾਬੀ ਵਿੱਚ ਵੀ ਵੱਧ ਹੋਣਗੇ। ਤਾਂ ਇਸ ਕਰਕੇ ਜੋ ਅਕੈਡਮੀਆਂ ਦੀ ਅਕੋਰਡਿੰਗ ਕੇਸ ਲਾਉਣ ਦਾ ਕੋਈ ਵੀ ਬੈਨੀਫਿਟ ਨਹੀਂ ਹੋਏਗਾ। ਤਾਂ ਬਾਕੀ ਕੈਂਡੀਡੇਟ ਦੀ ਆਪਣੀ ਖੁਸ਼ੀ ਹੈ ਕਿ ਉਹ ਕੇਸ ਲਗਾਉਣ ਚਾਹੁੰਦੇ ਆ ਤਾਂ ਲਗਾ ਦੇਣ, ਕਿਉਂਕਿ ਬੈਨੀਫਿਟ ਅਗਰ ਦੇਖੀਏ ਤਾਂ ਬੈਨੀਫਿਟ ਜਿਸ ਚੀਜ਼ 'ਤੇ ਹੁੰਦਾ ਉਸ ਦਾ ਆਪਾਂ ਕੇਸ ਲਗਾਉਣਾ ਆਪਣੇ ਲਈ ਜਾਇਜ਼ ਹੈ। ਅਗਰ ਬੈਨੀਫਿਟ ਨਹੀਂ ਹੈਗਾ ਗਾ ਤਾਂ ਉਸ ਦਾ ਆਪਾਂ ਨੂੰ ਫਜ਼ੂਲ ਵਿੱਚ ਪੈਸਾ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈ। ਤਾਂ ਇਸ ਕਰਕੇ ਜੋ ਕੈਂਡੀਡੇਟ ਸੋਚ ਰਿਹਾ ਉਹਨਾਂ ਦਾ ਆਪਣੇ ਵਿਚਾਰ ਹੈ, ਕਿਉਂਕਿ ਉਹ ਆਪਣੇ ਅਕੋਰਡਿੰਗ ਜੋ ਆਪਣੇ ਲਈ ਕਰ ਰਹੇ ਆ। ਹੋ ਸਕਦਾ ਜਿਹੜੇ ਕੈਂਡੀਡੇਟ ਕਹਿ ਰਹੇ ਆ ਕਿ ਕੇਸ ਲਗਾਉਣੇ ਆ ਤਾਂ ਉਹਨਾਂ ਦੇ ਇਸ ਪਾਸੇ ਜੋ ਨੰਬਰ ਹੈ ਉਹ ਸਿਰਫ ਔਰ ਸਿਰਫ ਮੈਰਿਟ ਦੇ ਵਿੱਚੋਂ ਇੱਕ ਨੰਬਰ ਘੱਟ ਹੋਵੇ। ਫੋਰ ਐਗਜ਼ਾਮਪਲ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਸ਼ਡਿਊਲ ਜੋ ਕੈਟਾਗਰੀ ਦੀ ਆਈ ਹੈ ਉਸ ਦੇ ਅਕੋਰਡਿੰਗ ਆਪਾਂ ਗੱਲ ਕਰਦੇ ਹਾਂ। ਜਿਵੇਂ ਕਿ ਇੱਥੇ ਜਰਨਲ ਦੇ ਕੈਂਡੀਡੇਟ ਦੀ, ਠੀਕ ਹੈ, ਜਰਨਲ ਦੀ ਜੋ ਲਾਸਟ ਕੱਟ ਆਫ ਲਿਸਟ ਹੈ ਲਗਭਗ 124 ਹੈ। ਫੋਰ ਐਗਜ਼ਾਮਪਲ ਕਿਸੇ ਕੈਂਡੀਡੇਟ ਦੇ 122 ਜਾਂ ਫਿਰ 120 ਨੰਬਰ ਹੈ ਤਾਂ ਉਹ ਕੇਸ ਲਗਾਉਂਦਾ ਗਾ, ਤਾਂ ਮੈਰਿਟ ਦੇ ਵਿੱਚੋਂ ਅਗਰ 2-4 ਕੈਂਡੀਡੇਟ ਨਾਲ ਵੀ ਫਰਕ ਪੈਂਦਾ ਤਾਂ ਉਸ ਕੈਂਡੀਡੇਟ ਨੂੰ ਜ਼ਰੂਰ ਫਰਕ ਪਏਗਾ, ਬਾਕੀ ਕੈਂਡੀਡੇਟ ਦਾ ਕੁਛ ਕਹਿ ਨਹੀਂ ਸਕਦੇਗੇ। ਤਾਂ ਉੱਥੇ ਦੋਸਤੋ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ, ਜ਼ਰੂਰੀ ਨਹੀਂ ਹੈ ਕਿ ਗ੍ਰੇਸ ਦੇ ਨਾਲ ਹੀ ਸਭ ਫਰਕ ਪਏਗਾ। ਫਰਕ ਹੈ ਜੋ ਪੋਸਟਾਂ ਦੇ ਵਿੱਚ ਕਾਉਂਸਲਿੰਗ ਲਈ ਲਗਵਾਇਆ ਗਿਆ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਫਰਕ ਪਏਗਾ, ਕਿਉਂਕਿ ਅਗਰ ਆਪਾਂ ਇੱਕ ਰੈਂਕਿੰਗ ਲਿਸਟ ਦੇਖੀਏ ਤਾਂ ਇਹ ਲਿਸਟ ਦੇਖ ਸਕਦੇ ਹੋ ਦੋਸਤੋ ਜਿਸ ਦੇ ਵਿੱਚ ਰੈਂਕਿੰਗ ਲਿਸਟ ਹੈ। ਤਾਂ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਹਨਾਂ ਕੱਟ ਆਫ ਦੇ ਅਕੋਰਡਿੰਗ ਤਾਂ ਕੱਟ ਆਫ ਇੱਥੇ ਸਾਰੀਆਂ ਕੈਟਾਗਰੀਜ਼ ਦੀ ਕੱਟ ਆਫ ਅਲੱਗ-ਅਲੱਗ ਗਈ ਹੈ। ਅਗਰ ਆਪਾਂ ਜਰਨਲ ਦੀ ਗੱਲ ਕੀਤੀ ਹੈ ਤਾਂ ਜਰਨਲ ਦੀ 124 ਲਾਸਟ ਹੈ। ਉਸੇ ਤਰ੍ਹਾਂ ਅਗਰ ਆਪਾਂ EWC ਦੀ ਗੱਲ ਕੀਤੀ ਹੈ ਤਾਂ 100 ਵੀ ਹੈ, SC MB ਦੀ ਵੀ 100 ਹੈ, ਇਸੇ ਤਰ੍ਹਾਂ SC RO ਦੀ 114 ਤੱਕ ਹੈ। ਔਰ ਇੱਥੇ ਬਾਕੀ ਕੈਟਾਗਰੀ ਜਿਵੇਂ ਕਿ BC ਹੈ ਉਹਨਾਂ ਦੇ 120 ਔਰ ਲਾਸਟ 114 ਤੱਕ ਗਈ ਹੈ ਕੱਟ ਆਫ। ਔਰ ਇੱਥੇ ਬਾਕੀ ਕੈਟਾਗਰੀ ਦੀ ਵੀ ਜੋ ਕੱਟ ਆਫ ਹੈ ਉਹ ਅਲੱਗ-ਅਲੱਗ ਗਈ ਹੈ। ਤਾਂ ਇਸ ਲਿਸਟ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰੀਏ ਇੱਕ ਆਈਡੀਆ ਜੋ ਆਪਾਂ ਲੈ ਕੇ ਚੱਲੀਏ ਤਕਰੀਬਨ 100 ਕੈਂਡੀਡੇਟ ਤੱਕ, ਤਾਂ 100 ਕੈਂਡੀਡੇਟ ਜਿਨ੍ਹਾਂ ਦੇ ਨੰਬਰ ਹੈ ਤਾਂ ਟੋਟਲ ਇੱਥੇ 100 ਕੈਂਡੀਡੇਟ ਜਿਹੜੇ ਨੰਬਰ ਵਾਲੇ ਕੈਂਡੀਡੇਟ ਆ ਲਗਭਗ 10,000 ਬਣ ਰਹੇ ਆ। ਪਰ ਜ਼ਰੂਰੀ ਤਾਂ ਨਹੀਂ ਕਿ ਇੱਥੇ ਸਾਰੀਆਂ ਕੈਟਾਗਰੀ ਦੇ ਮਿਲਾ ਕੇ 10,000 ਕੈਂਡੀਡੇਟ ਕਾਉਂਸਲਿੰਗ ਦੇ ਲਈ ਬੁਲਾਏ ਗਿਆ, ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚ ਰਿਹਾ ਕਿ ਇਸ ਲਿਸਟ ਨੂੰ ਦੇਖ ਕੇ ਕਿ ਕੈਂਡੀਡੇਟ ਜੋ ਲਗਭਗ 9,000 10,000 ਕੈਂਡੀਡੇਟ ਕਾਉਂਸਲਿੰਗ ਦੇ ਲਈ ਬੁਲਾਇਆ ਗਿਆ, ਤੇ ਇਸ ਕਰਕੇ ਜੋ ਸਾਰੀਆਂ ਜੋ ਕਾਉਂਸਲਿੰਗ ਹੈ ਉਹ ਇਹਨਾਂ ਕੈਂਡੀਡੇਟ ਵਿੱਚ ਸਾਰੀ ਭਰਤੀ ਨੂੰ ਕੰਪਲੀਟ ਕਰ ਲਿਆ ਜਾਏਗਾ। ਤਾਂ ਇੱਦਾਂ ਨਹੀਂ ਹੋਣਾਗਾ, ਕਿਉਂਕਿ ਪਹਿਲੇ ਨੰਬਰ 'ਤੇ ਆਪਾਂ ਗੱਲ ਕਰੀਏ
ਕਿ ਕੈਟਾਗਰੀ ਵਾਈਜ਼ ਜੋ ਕੱਟ ਆਫ ਹੈ ਉਹ ਅਲੱਗ-ਅਲੱਗ ਗਈ ਹੈ ਸਾਰੀਆਂ ਕੈਟਾਗਰੀ ਦੀ। ਤਾਂ ਜ਼ਰੂਰੀ ਤਾਂ ਨਹੀਂ ਹੈ ਕਿ ਜੋ 100 'ਚ ਕੈਂਡੀਡੇਟ ਆ ਉਹ ਸਾਰੀਆਂ ਕੈਟਾਗਰੀ ਜਾਣਗੇ, ਤਾਂ ਬਹੁਤ ਘੱਟ ਕੈਂਡੀਡੇਟ ਜੋ ਇਸ ਦੇ ਵਿੱਚ ਜਾਣਗੇ, ਤਾਂ ਜੋ ਕਿ ਲਗਭਗ 8500 ਕੈਂਡੀਡੇਟ ਹੀ ਹੋਣਗੇ ਜਿਹੜੇ ਕਾਉਂਸਲਿੰਗ ਦੇ ਲਈ ਬੁਲਾਏ ਗਏ ਆ। ਔਰ ਉਹਨਾਂ 8500 ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਕਿ ਬਹੁਤ ਸਾਰੇ ਕੈਂਡੀਡੇਟ ਰਿਜੈਕਟ ਕੀਤੇ ਜਾਣਗੇ, ਜਿਸ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਬਹੁਤ ਸਾਰੇ ਕੈਂਡੀਡੇਟ 66-35 ਵਾਲੇ ਆ ਜਿਨ੍ਹਾਂ ਨੇ ਅਪਲਾਈ ਕੀਤਾ ਗਾ, ਜਿਹੜੇ ਪਹਿਲਾਂ ਤੋਂ ਜੁਆਇਨ ਹੈ, ਤਾਂ ਉਹ ਇੱਥੇ ਜੁਆਇਨ ਅਗਰ ਨਾ ਕਰਨਗੇ ਤਾਂ ਉਸ ਦਾ ਵੀ ਜੋ ਬੈਨੀਫਿਟ ਹੈ ਉਹ ਕੈਂਡੀਡੇਟ ਨੂੰ ਕਿਤੇ ਨਾ ਕਿਤੇ ਜ਼ਰੂਰ ਮਿਲੇਗਾ ਨਵੀਂ ਭਰਤੀ ਵਾਲਿਆਂ ਨੂੰ। ਇਸ ਦੇ ਨਾਲ ਬਹੁਤ ਸਾਰੇ ਕੈਂਡੀਡੇਟ ਅਜਿਹੇ ਵੀ ਹੋਣਗੇ ਜਿਨ੍ਹਾਂ ਦਾ ਪੀਐਸ ਟੈਟ ਜੋ ਉੱਥੇ ਵੈਲਿਡ ਨਹੀਂ ਮੰਨਿਆ ਜਾਏਗਾ, ਤਾਂ ਉਹ ਕੈਂਡੀਡੇਟ ਵੀ ਬਾਹਰ ਕੀਤੇ ਜਾ ਸਕਦੇ ਆ। ਇਸ ਤੋਂ ਇਲਾਵਾ ਜਿਨ੍ਹਾਂ ਨੇ ਪੀਐਸ ਟੈਟ 2 ਦੇ ਆਧਾਰ 'ਤੇ ਅਪਲਾਈ ਕਰਤਾ ਗਾ ਕਿ ਸਾਨੂੰ ਬਾਅਦ ਦੇ ਵਿੱਚ ਹੋ ਸਕਦਾ ਬੈਨੀਫਿਟ ਮਿਲ ਜਾਵੇ, ਤਾਂ ਉਹ ਕੈਂਡੀਡੇਟ ਵੀ ਬਾਹਰ ਹੋ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਬੀਐਡ ਬੇਸ 'ਤੇ ਜਿਨ੍ਹਾਂ ਨੇ ਪੀਐਸ ਟੈਟ 1 ਅਪਲਾਈ ਕਰਕੇ ਫਾਰਮ ਫਿਲ ਕਰਤਾ ਗਾ, ਤਾਂ ਉਹ ਵੀ ਇੱਥੇ ਬਾਹਰ ਹੋਣਗੇ। ਤਾਂ ਅਜਿਹੇ ਕੈਂਡੀਡੇਟ ਲਗਭਗ 3 ਤੋਂ 4000 ਕੈਂਡੀਡੇਟ ਨਿਕਲਣਗੇ, ਤਾਂ ਉਸ ਦਾ ਬੈਨੀਫਿਟ ਜੋ ਨਵੇਂ ਕੈਂਡੀਡੇਟ ਆ ਨਵੀਂ ਲਿਸਟ ਦੇ ਵਿੱਚ ਜ਼ਰੂਰ ਮਿਲੇਗਾ। ਔਰ ਬਹੁਤ ਸਾਰੇ ਕੈਂਡੀਡੇਟ ਇਹ ਸਵਾਲ ਕਰ ਰਹੇ ਸੀ ਕਿ ਨਵੀਂ ਲਿਸਟ ਆਏਗੀ ਜਾਂ ਫਿਰ ਨਹੀਂ ਆਏਗੀ, ਤਾਂ ਇਸ ਲਿਸਟਾਂ ਦੇ ਅਕੋਰਡਿੰਗ ਅਗਰ ਆਪਾਂ ਦੇਖੀਏ, ਇਸ ਮੈਰਿਟ ਦੇ ਅਕੋਰਡਿੰਗ, ਤਾਂ ਨਵੀਂ ਲਿਸਟ ਆਉਣ ਦੇ ਪੂਰੇ ਚਾਂਸਸ ਹੈ। ਪਰ ਇਹ ਕਨਫਰਮ ਨਹੀਂ ਹੈ ਕਿ ਨਵੀਂ ਲਿਸਟ ਕਦੋਂ ਤੱਕ ਜਾਰੀ ਕੀਤੀ ਜਾਏਗੀ, ਕਿਉਂਕਿ ਇਸ 'ਤੇ ਟਾਈਮ ਲੱਗ ਸਕਦਾ ਆ। ਪਰ ਨਵੀਂ ਲਿਸਟ 100% ਆਏਗੀ ਔਰ ਉਸ ਦੇ ਵਿੱਚ ਜੋ ਨਵੇਂ ਕੈਂਡੀਡੇਟ ਹੈ, ਨਵੀਂ ਕੱਟ ਆਫ ਹੈ ਉਹ ਤਿਆਰ ਕੀਤੀ ਜਾਏਗੀ, ਤਾਂ ਉਸ ਦੇ ਨਾਲ ਜੋ ਹੋਰ ਕੈਂਡੀਡੇਟਸ ਨੂੰ ਇੱਥੇ ਵਿੱਚ ਬੁਲਾਇਆ ਜਾ ਸਕਦਾ ਹੈ। ਅਗਰ ਆਪਾਂ ਇੱਥੇ ਗੱਲ ਕਰੀਏ ਕੈਂਡੀਡੇਟਸ ਦੀ, ਤਾਂ ਲਗਭਗ ਜੋ 3 ਤੋਂ 4 ਨੰਬਰ ਵੀ ਡਾਊਨ ਜਾਂਦੇ ਆ, ਤਾਂ ਉਸ ਦੇ ਨਾਲ ਵੀ ਕਾਫੀ ਕੈਂਡੀਡੇਟਸ ਹੈ ਜਿਨ੍ਹਾਂ ਨੂੰ ਬੈਨੀਫਿਟ ਮਿਲੇਗਾ। ਤਾਂ ਇਸ ਤਰ੍ਹਾਂ ਉਸ ਦੇ ਉੱਪਰ ਵੀ ਆਪਾਂ ਇੱਕ ਐਨਾਲਿਸਿਸ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤਾਂ ਅਗਰ ਤੁਸੀਂ ਨਹੀਂ ਚੈੱਕ ਕੀਤੀ ਗਈ ਤਾਂ ਉਹ ਵੀਡੀਓ ਚੈੱਕ ਜ਼ਰੂਰ ਕਰਨੀ ਹੈ। ਉਸ ਦੇ ਵਿੱਚ ਆਪਾਂ ਤੁਹਾਡੇ ਲਈ ਕੁਝ ਹੋਰ ਨਵੀਂ ਅਪਡੇਟ, ਨਵੀਆਂ ਚੀਜ਼ਾਂ ਲੈ ਕੇ ਹਾਜ਼ਰ ਹੋਵਾਂਗੇ। ਤਾਂ ਇਹ ਸੀ ਅੱਜ ਦਾ ਅਪਡੇਟ। ਧੰਨਵਾਦ।